हाँ जी, सत श्री अकाल दोस्तों। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 2008 ਵਿੱਚ ਰਿਲੀਜ਼ ਹੋਈ ਸਾਇੰਟੀਫਿਕ ਮੂਵੀ ਜਿਸ ਦਾ ਨਾਮ ਹੈ AROG। ਫਿਲਮ ਦੀ ਸਟਾਰਟ ਵਿੱਚ ਅਸੀਂ ਇੱਕ ਕਪਲ ਆਰਿਫ ਤੇ ਸੀਫੂ ਨੂੰ ਦੇਖਦੇ ਹਾਂ, ਜਿਨ੍ਹਾਂ ਦੀ ਇਸਤਾਨਬੁਲ ਵਿੱਚ ਕਾਰਪੇਟ ਦੀ ਸ਼ਾਪ ਸੀ ਤੇ ਇਹ ਦੋਨੋਂ ਬਹੁਤ ਹੀ ਮਿਹਨਤ ਕਰਦੇ ਸੀ। ਇੱਕ ਦਿਨ ਆਰਿਫ ਦਾ ਪੁਰਾਣਾ ਦੋਸਤ ਲੋਗਰ ਆਪਣੇ ਅਸਿਸਟੈਂਟ ਦੇ ਨਾਲ ਉਹਨਾਂ ਕੋਲ ਆ ਕੇ ਕਹਿੰਦਾ ਹੈ ਕਿ ਉਸਨੇ ਕੁਝ ਬਹੁਤ ਵਧੀਆ ਚੀਜ਼ ਡਿਸਕਵਰ ਕੀਤੀ ਹੈ ਜੋ ਕਿ ਆਰਿਫ ਨੂੰ ਚੱਲ ਕੇ ਦੇਖਣੀ ਚਾਹੀਦੀ ਹੈ। ਪਰ ਜਦੋਂ ਆਰਿਫ ਉਹਨਾਂ ਦੇ ਨਾਲ ਜਾਂਦਾ ਹੈ ਤੇ ਲੋਗਰ ਉਹਨੂੰ ਫੜ ਕੇ ਕੈਦ ਕਰ ਦਿੰਦਾ ਹੈ ਤੇ ਸਾਨੂੰ ਇੱਥੇ ਪਤਾ ਚੱਲਦਾ ਹੈ ਕਿ ਅਸਲ ਵਿੱਚ ਲੋਗਰ ਆਰਿਫ ਦੀ ਵਾਈਫ ਨੂੰ ਪਾਣਾ ਚਾਹੁੰਦਾ ਸੀ। ਇਸੇ ਕਾਰਨ ਉਸਨੇ ਇਹ ਪਲਾਨ ਬਣਾਇਆ ਸੀ ਤੇ ਜਿਸ ਦੀ ਲੋਗਰ ਗੱਲ ਕਰ ਰਿਹਾ ਸੀ ਅਸਲ ਵਿੱਚ ਉਹ ਇੱਕ ਟਾਈਮ ਮਸ਼ੀਨ ਸੀ ਤੇ ਲੋਗਰ ਥੋੜੀ ਦੇਰ ਬਾਅਦ ਹੀ ਕੁਝ ਐਡਵਾਂਸ ਟੂਲਸ ਦੇ ਨਾਲ ਆਪਣੇ ਆਪ ਨੂੰ ਆਰਿਫ ਵਰਗਾ ਬਣਾ ਲੈਂਦਾ ਹੈ ਤਾਂ ਕਿ ਉਹ ਉਸਦੀ ਘਰਵਾਲੀ ਨਾਲ ਰਹਿ ਸਕੇ। ਆਰਿਫ ਬਹੁਤ ਗੁੱਸਾ ਕਰਦਾ ਹੈ ਤੇ ਰੋਕਣ ਦੀ ਵੀ ਉਹਨਾਂ ਨੂੰ ਕੋਸ਼ਿਸ਼ ਕਰਦਾ ਹੈ ਤੇ ਦੂਸਰੀ ਤਰਫ ਲੋਗਰ ਉਸ ਨੂੰ ਗੁੱਸੇ ਵਿੱਚ ਆ ਕੇ ਉਸ ਨੂੰ ਟਾਈਮ ਵਿੱਚ 1 ਮਿਲੀਅਨ ਸਾਲ ਪਿੱਛੇ ਭੇਜ ਦਿੰਦਾ ਹੈ ਜੋ ਕਿ ਉਸਨੇ ਟਾਈਮ ਮਸ਼ੀਨ ਦੀ ਮਦਦ ਨਾਲ ਕੀਤਾ ਸੀ, ਜਿਸ ਕਾਰਨ ਆਰਿਫ ਪੁਰਾਣੇ ਯੁੱਗ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਕਿ ਡਾਇਨਾਸੌਰਸ ਵੀ ਰਹਿੰਦੇ ਸਨ ਤੇ ਫਿਰ ਉਹ ਇੱਧਰ ਉੱਧਰ ਫਿਰਦਾ ਹੈ ਤੇ ਕੁਝ ਹੀ ਦੇਰ ਬਾਅਦ ਉਸ ਨੂੰ ਏਪਸ ਮਿਲਦੇ ਨੇ। ਫਿਰ ਉਹ ਮਜਬੂਰੀ ਵਿੱਚ ਉਹਨਾਂ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਐਜੂਕੇਟ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤੇ ਦਿਨ ਇਸੇ ਤਰ੍ਹਾਂ ਹੀ ਗੁਜ਼ਰਦੇ ਰਹਿੰਦੇ ਨੇ ਤੇ ਸਰਦੀਆਂ ਦਾ ਸੀਜ਼ਨ ਆ ਜਾਂਦਾ ਹੈ ਜਿਸ ਦੇ ਕਾਰਨ ਜਦ ਉਹ ਪਿਸ਼ਾਬ ਕਰਨ ਜਾਂਦਾ ਹੈ ਤਾਂ ਉਸ ਦਾ ਪਿਸ਼ਾਬ ਤੱਕ ਵੀ ਜੰਮ ਜਾਂਦਾ ਹੈ ਤੇ ਸਾਨੂੰ ਇੱਥੇ ਪਤਾ ਚੱਲਦਾ ਹੈ ਕਿ ਇਹ ਟੈਂਪਰੇਚਰ ਅੱਜ ਦੇ ਸਾਡੇ ਨਾਰਥ ਪੋਲ ਦੇ ਬਰਾਬਰ ਸੀ ਤੇ ਅਸੀਂ ਦੇਖਦੇ ਹਾਂ ਕਿ ਆਰਿਫ ਨੇ ਆਪਣੇ ਜਮੇ ਹੋਏ ਪਿਸ਼ਾਬ ਨੂੰ ਇੱਕ ਡੈਕੋਰੇਸ਼ਨ ਦੇ ਵਿੱਚ ਬਦਲ ਦਿੱਤਾ ਸੀ। ਇਦਾਂ ਹੀ ਹੋਰ ਕੁਝ ਮਹੀਨੇ ਨਿਕਲ ਜਾਂਦੇ ਨੇ ਪਰ ਆਰਿਫ ਦੀ ਕਈ ਮੁਸ਼ਕਲਾਂ ਦੇ ਬਾਅਦ ਵੀ ਏਪਸ ਕੁਝ ਵੀ ਨਹੀਂ ਸਿੱਖ ਪਾਉਂਦੇ, ਜਿਸ ਦੇ ਕਾਰਨ ਆਰਿਫ ਨੂੰ ਰਿਅਲਾਈਜ਼ ਹੁੰਦਾ ਹੈ ਕਿ ਜੇ ਉਹ ਇਹਨਾਂ ਦੇ ਨਾਲ ਹੀ ਰਹਿੰਦਾ ਰਿਹਾ ਇਸੇ ਤਰ੍ਹਾਂ ਤੇ ਉਹ ਆਪਣੇ ਟਾਈਮ ਵਿੱਚ ਕਦੀ ਵਾਪਸ ਨਹੀਂ ਜਾ ਪਾਏਗਾ। ਇਸੇ ਲਈ ਉਹ ਇਨਸਾਨਾਂ ਦੀ ਤਲਾਸ਼ ਵਿੱਚ ਜੰਗਲ ਦੀ ਤਰਫ ਤੁਰ ਪੈਂਦਾ ਹੈ ਤੇ ਰਾਸਤੇ ਵਿੱਚ ਉਸ ਦਾ ਸਾਹਮਣਾ ਇੱਕ ਡਾਇਨਾਸੌਰ ਨਾਲ ਹੁੰਦਾ ਹੈ ਜਿਸ ਦੇ ਕਾਰਨ ਉਹ ਬਹੁਤ ਡਰ ਜਾਂਦਾ ਹੈ। ਪਰ ਬਾਅਦ ਵਿੱਚ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਡਾਇਨਾਸੌਰ ਸਿਰਫ ਆਪਣੇ ਅੰਡਿਆਂ ਦੀ ਰੱਖਿਆ ਕਰ ਰਹੀ ਹੈ, ਇਸੇ ਲਈ ਉਹ ਆਰਾਮ ਨਾਲ ਉੱਥੋਂ ਚਲਾ ਜਾਂਦਾ ਹੈ ਤੇ ਡਾਇਨਾਸੌਰ ਖੁਸ਼ ਹੋ ਕੇ ਉਸ ਨੂੰ ਇੱਕ ਮਧੂਮੱਖੀ ਦਾ ਛੱਤਾ ਦੇ ਦਿੰਦੀ ਹੈ, ਜਿਸ ਦੇ ਕਾਰਨ ਉਸ ਦੇ ਮਗਰ ਇੱਕ ਵੱਡੀ ਸਾਰੀ ਮਧੂਮੱਖੀ ਵੀ ਲੱਗ ਜਾਂਦੀ ਹੈ ਜੋ ਕਿ ਆਰਿਫ ਨੂੰ ਡੰਗ ਵੀ ਮਾਰ ਦਿੰਦੀ ਹੈ। ਇਸ ਤੋਂ ਬਾਅਦ ਆਰਿਫ ਫਟਾਫਟ ਭੱਜ ਕੇ ਪੇੜ ਦੇ ਪਿੱਛੇ ਲੁਕ ਜਾਂਦਾ ਹੈ ਪਰ ਕੁਝ ਹੀ ਦੇਰ ਬਾਅਦ ਉਸ ਨੂੰ ਚੱਕਰ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਡਿੱਗ ਪੈਂਦਾ ਹੈ ਤੇ ਕੁਝ ਹੀ ਦੇਰ ਬਾਅਦ ਉਸ ਨੂੰ ਪੇੜ ਦੇ ਉੱਤੇ 2 ਕੇਵਮੈਨ ਨਜ਼ਰ ਆਉਂਦੇ ਨੇ ਜੋ ਕਿ ਪੁਰਾਣੇ ਸਮੇਂ ਵਿੱਚ ਗੁਫਾ ਵਿੱਚ ਰਹਿਣ ਵਾਲੇ ਲੋਕ ਸਨ ਤੇ ਇਸ ਤੋਂ ਪਹਿਲੇ ਕਿ ਉਹ ਉਹਨਾਂ ਨਾਲ ਕੁਝ ਗੱਲ ਕਰ ਪਾਉਂਦਾ ਉਹ ਉਸ ਨੂੰ ਆਪਣੇ ਤੀਰ ਨਾਲ ਬੇਹੋਸ਼ ਕਰ ਦਿੰਦੇ ਨੇ। ਇਸ ਤੋਂ ਬਾਅਦ ਆਰਿਫ ਆਪਣੇ ਆਪ ਨੂੰ ਇੱਕ ਗੁਫਾ ਵਿੱਚ ਪਾਉਂਦਾ ਹੈ। ਉੱਥੇ ਲੋਕ ਆਸੇ-ਪਾਸੇ ਉਸਦੇ ਕੁਝ ਮੰਤਰ ਪੜ੍ਹ ਰਹੇ ਸਨ ਕਿਉਂਕਿ ਉਹ ਲੋਕ ਆਰਿਫ ਤੋਂ ਬਹੁਤ ਡਰੇ ਹੋਏ ਸਨ ਤੇ ਉਹ ਉਹਨੂੰ ਮਾਰਨਾ ਚਾਹੁੰਦੇ ਸੀ, ਪਰ ਆਰਿਫ ਨੂੰ ਹਿਸਟਰੀ ਬਾਰੇ ਬਹੁਤ ਜਾਣਕਾਰੀ ਸੀ ਤੇ ਉਹ ਉਹਨਾਂ ਦੀ ਲੈਂਗੁਏਜ ਵੀ ਬੋਲ ਸਕਦਾ ਸੀ। ਇਸੇ ਲਈ ਉਹ ਉਹਨਾਂ ਦੇ ਸਰਦਾਰ ਡੀਮੀ ਨੂੰ ਕਹਿੰਦਾ ਹੈ ਕਿ ਮੈਂ ਫਿਊਚਰ ਤੋਂ ਆਇਆ ਹਾਂ ਤੇ ਮੈਂ ਤੁਹਾਡੇ ਲਈ ਕੋਈ ਵੀ ਖਤਰਾ ਨਹੀਂ ਹਾਂ ਤੇ ਡੀਮੀ ਨੂੰ ਉਸਦੀ ਗੱਲ ਉੱਤੇ ਯਕੀਨ ਹੋ ਜਾਂਦਾ ਹੈ। ਇੰਨੇ ਵਿੱਚ ਹੀ ਇੱਕ ਇਨਸਾਨ ਆ ਕੇ ਦੱਸਦਾ ਹੈ ਕਿ ਅਰੋਗੀਅਨਸ ਆ ਗਏ ਨੇ। ਅਰੋਗੀਅਨ ਇੱਕ ਬਹੁਤ ਖਤਰਨਾਕ ਸਮੂਹ ਸੀ ਤੇ ਉਹਨਾਂ ਦਾ ਮਾਲਕ ਕਾਰਗਾ ਸੀ ਜੋ ਕਿ ਬਹੁਤ ਹੀ ਵਹਿਸ਼ੀ ਬੰਦਾ ਸੀ ਤੇ ਅਰੋਗੀਅਨ ਲੋਕ ਡੀਮੀ ਦੇ ਪਿੰਡ ਉੱਤੇ ਬਹੁਤ ਸਮੇਂ ਤੋਂ ਹਮਲਾ ਕਰਦੇ ਆ ਰਹੇ ਸੀ। ਕਈ ਵਾਰ ਇਹ ਲੋਕ ਇਹਨਾਂ ਨੂੰ ਆ ਕੇ ਤੰਗ ਕਰਦੇ, ਮਾਰਦੇ ਤੇ ਇਹਨਾਂ ਦਾ ਸਮਾਨ ਵੀ ਲੈ ਜਾਂਦੇ ਤੇ ਇਸ ਵਾਰ ਕਾਰਗਾ ਆਪਣੇ ਕਿਸੇ ਰਿਚੁਅਲ ਦੇ ਲਈ ਇੱਥੋਂ 3 ਬੰਦਿਆਂ ਨੂੰ ਲੈਣ ਲਈ ਆਇਆ ਸੀ ਜਿਨ੍ਹਾਂ ਦੇ ਵਿੱਚ ਆਰਿਫ ਦਾ ਨਾਮ ਵੀ ਸੀ। ਆਰਿਫ ਉਸ ਨੂੰ ਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਹੈ ਤੇ ਉਸ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੇ ਤੇ ਰਾਸਤੇ ਵਿੱਚ ਉਹਨਾਂ ਦਾ ਇੱਕ ਆਦਮੀ ਟੈਸੋ ਇੱਕ ਪੱਥਰ ਨਾਲ ਟਕਰਾ ਜਾਂਦਾ ਹੈ ਤੇ ਡਿੱਗ ਜਾਂਦਾ ਹੈ ਜਿਸ ਕਾਰਨ ਉਸ ਦੀ ਬਾਂਹ ਟੁੱਟ ਜਾਂਦੀ ਹੈ ਤੇ ਉਹ ਬਹੁਤ ਜ਼ੋਰ-ਜ਼ੋਰ ਦੀ ਸ਼ੋਰ ਪਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਕਾਰਗੋ ਨੂੰ ਲੱਗਦਾ ਹੈ ਕਿ ਉਹ ਮਰ ਗਿਆ ਹੈ ਤੇ ਉਹ ਇਸੇ ਲਈ ਉਹਨੂੰ ਦਫਨਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਆਰਿਫ ਹੁਣ ਤੱਕ ਹੋਸ਼ ਵਿੱਚ ਆ ਚੁੱਕਿਆ ਸੀ ਤੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਇਹ ਆਦਮੀ ਮਰਿਆ ਨਹੀਂ ਹੈ, ਸਿਰਫ ਇਸ ਦੀ ਬਾਂਹ ਟੁੱਟੀ ਹੈ ਤੇ ਇਸ ਤੋਂ ਬਾਅਦ ਆਰਿਫ ਉਸ ਬੰਦੇ ਦੀ ਬਾਂਹ ਜੋੜ ਦਿੰਦਾ ਹੈ ਜਿਸ ਕਾਰਨ ਟੈਸੋ ਖੁਸ਼ ਹੋ ਕੇ ਉਸ ਨੂੰ ਥੈਂਕ ਯੂ ਬੋਲਦਾ ਹੈ ਕਿਉਂਕਿ ਉਸਨੇ ਉਸ ਦੀ ਜਾਨ ਬਚਾ ਲਈ ਸੀ। ਇਸ ਤੋਂ ਬਾਅਦ ਉਹ ਲੋਕ ਆਪਣੇ ਪਿੰਡ ਪਹੁੰਚ ਜਾਂਦੇ ਨੇ ਤੇ ਇਸ ਟ੍ਰਾਈਬ ਨੂੰ ਅਸਲ ਵਿੱਚ ਕਾਰਗਾ ਦਾ ਭਾਂਜਾ ਕਾਲੀਆ ਰੂਲ ਕਰਦਾ ਸੀ ਜੋ ਕਿ ਟੈਸੋ ਦਾ ਪਿਓ ਵੀ ਸੀ। ਜਦੋਂ ਟੈਸੋ ਆਪਣੇ ਪਿਓ ਨੂੰ ਮਿਲਣ ਜਾਂਦਾ ਹੈ ਤੇ ਉਸ ਦਾ ਪਿਓ ਉਸ ਨੂੰ ਇੱਕ ਹੈਂਡਮੇਡ ਗਲਵ ਬਾਰੇ ਪੁੱਛਦਾ ਹੈ ਜੋ ਕਿ ਉਸ ਨੂੰ ਟੈਸੋ ਦੇ ਰੂਮ ਵਿੱਚ ਮਿਲਿਆ ਸੀ ਤੇ ਟੈਸੋ ਖੁਸ਼ ਹੋ ਕੇ ਦੱਸਦਾ ਹੈ ਕਿ ਇਹ ਮੈਂ ਖੁਦ ਬਣਾਇਆ ਹੈ ਇੱਕ ਪੇੜ ਦੀ ਛਾਲ ਦੀ ਮਦਦ ਨਾਲ। ਪਰ ਇਹ ਸਭ ਸੁਣ ਕੇ ਕਾਲੀਆ ਦੁਖੀ ਹੋ ਜਾਂਦਾ ਹੈ ਕਿਉਂਕਿ ਉਹ ਆਪਣੇ ਮੁੰਡੇ ਨੂੰ ਇੱਕ ਯੋਧਾ ਬਣਾਉਣਾ ਚਾਹੁੰਦਾ ਸੀ ਨਾ ਕਿ ਇੱਕ ਆਰਟਿਸਟ। ਜਿਸ ਤੋਂ ਬਾਅਦ ਕਾਲੀਆ ਆਪਣੇ ਬਚਪਨ ਦੀ ਗੱਲ ਕਰਦਾ ਹੈ ਤੇ ਦੱਸਦਾ ਹੈ ਕਿ ਕਿੱਦਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਦੱਸਦਾ ਹੈ ਕਿ ਇੱਕ ਦਿਨ ਸਾਡੇ ਪਿੰਡ ਵਿੱਚ ਉੱਡਣ ਵਾਲੀ ਚੀਜ਼ ਆਈ ਜਿਸ ਦੇ ਵਿੱਚ 2 ਲੋਕ ਸਨ ਜਿਨ੍ਹਾਂ ਨੇ ਕੁਮੂ ਨੂੰ ਇੱਕ ਬੋਲ ਗਿਫਟ ਕੀਤੀ, ਪਰ ਜਦੋਂ ਉਹ ਜਾਣ ਲੱਗੇ ਕੁਮੂ ਐਕਸਾਈਟਮੈਂਟ ਵਿੱਚ ਉਹਨਾਂ ਦੇ ਪਿੱਛੇ ਜਾਣ ਲੱਗਾ ਉਹਨਾਂ ਨੂੰ ਬਾਏ ਬੋਲਣ ਦੇ ਲਈ, ਪਰ ਇੰਨੇ ਵਿੱਚ ਹੀ ਇੰਜਨ ਦੇ ਵਿੱਚੋਂ ਅੱਗ ਨਿਕਲਣ ਦੇ ਕਾਰਨ ਕੁਮੂ ਦੀ ਮੌਤ ਹੋ ਗਈ। ਇਸੇ ਕਾਰਨ ਕਾਲੀਏ ਨੂੰ ਆਧੁਨਿਕ ਚੀਜ਼ਾਂ ਨਾਲ ਨਫ਼ਰਤ ਹੋਣ ਲੱਗੀ। ਉਹ ਇਹ ਵੀ ਮੰਨਦਾ ਸੀ ਕਿ ਉਸਦੇ ਪਿਤਾ ਸਵਰਗ ਵਿੱਚ ਨੇ, ਇਸੇ ਲਈ ਉਸਨੇ ਇੱਕ ਬਹੁਤ ਵੱਡਾ ਟਾਵਰ ਬਣਾਇਆ ਸੀ ਜਿਸ ਦੇ ਨਾਲ ਉਹ ਆਪਣੇ ਪਿਤਾ ਨੂੰ ਵਾਪਸ ਲਿਆ ਸਕੇ। ਬਹੁਤ ਲੋਕਾਂ ਨੇ ਇਸ ਟਾਵਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਸਭ ਲੋਕ ਨਾਕਾਮ ਹੋ ਗਏ। ਇਸੇ ਕਾਰਨ ਹੀ ਉਹ ਇਹ 3 ਲੋਕਾਂ ਨੂੰ ਬੰਦੀ ਬਣਾ ਕੇ ਲਿਆਇਆ ਸੀ। ਪਰ ਇਹਨਾਂ ਵਿੱਚੋਂ ਆਰਿਫ ਬੋਲਦਾ ਹੈ ਕਿ ਮੈਂ ਇਸ ਟਾਵਰ ਉੱਤੇ ਜਾਵਾਂਗਾ। ਬਾਕੀ ਸਾਰੇ ਉਸ ਦੀ ਗੱਲ ਸੁਣ ਕੇ ਕਾਫੀ ਹੈਰਾਨ ਹੁੰਦੇ
ਜਾਂਦੇ ਨੇ। ਇਸ ਤੋਂ ਬਾਅਦ ਆਰਿਫ ਟਾਵਰ ਉੱਤੇ ਚੜ੍ਹਨਾ ਸ਼ੁਰੂ ਕਰ ਦਿੰਦਾ ਹੈ ਤੇ ਕੁਝ ਹੀ ਦੇਰ ਵਿੱਚ ਟੌਪ ਤੇ ਪਹੁੰਚ ਜਾਂਦਾ ਹੈ, ਜਿੱਥੇ ਉਸਨੂੰ ਇੱਕ ਆਦਮੀ ਮਿਲਦਾ ਹੈ ਜੋ ਕਿ ਸ਼ਾਇਦ ਕੋਮੂ ਸੀ। ਆਰਿਫ ਉਸਨੂੰ ਨਾਲ ਲੈ ਕੇ ਜਾਣ ਲੱਗਦਾ ਹੈ, ਪਰ ਉਹ ਆਦਮੀ ਡਰ ਕੇ ਥੱਲੇ ਡਿੱਗ ਜਾਂਦਾ ਹੈ, ਜਿਸ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਆਰਿਫ ਥੱਲੇ ਉਤਰ ਜਾਂਦਾ ਹੈ ਤੇ ਅਰੋਗਿਅਨ ਟ੍ਰਾਈਬ ਦੇ ਲੋਕ ਇਸ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ ਸੀ, ਕਿਉਂਕਿ ਪਹਿਲੀ ਵਾਰ ਇਸ ਟਾਵਰ ਤੋਂ ਕੋਈ ਜਿੰਦਾ ਵਾਪਸ ਆਇਆ ਸੀ। ਇਸੇ ਕਾਰਨ ਲੋਕ ਖੁਸ਼ੀ ਵਿੱਚ ਉਸ ਦਾ ਸਵਾਗਤ ਕਰ ਰਹੇ ਸੀ। ਕਾਲੀਆ ਦੁਖੀ ਤੇ ਸੀ, ਪਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ। ਟੈਸੋ ਵੀ ਉਸ ਦੀ ਤਾਰੀਫ ਕਰਦਾ ਹੈ ਤੇ ਖੁਸ਼ ਹੋ ਕੇ ਉਸ ਦੀ ਤਸਵੀਰ ਇੱਕ ਪੱਥਰ ਉੱਤੇ ਬਣਾਉਂਦਾ ਹੈ। ਆਰਿਫ ਨੂੰ ਉਸ ਦੀ ਡਰਾਇੰਗ ਬਹੁਤ ਵਧੀਆ ਲੱਗਦੀ ਹੈ, ਜਿਸ ਦੇ ਕਾਰਨ ਟੈਸੋ ਉਸ ਨੂੰ ਆਪਣੀਆਂ ਹੋਰ ਵੀ ਡਰਾਇੰਗਸ ਦਿਖਾਉਂਦਾ ਹੈ, ਜਿਨ੍ਹਾਂ ਵਿੱਚ ਉਸਨੇ ਇੱਕ ਲੜਕੀ ਦੀ ਡਰਾਇੰਗ ਮੀਮੀ ਨੂੰ ਵੀ ਛੁਪਾ ਰੱਖਿਆ ਸੀ। ਮੀਮੀ ਇੱਕ ਦੂਸਰੇ ਗਰੁੱਪ ਤੋਂ ਬਿਲੋਂਗ ਕਰਦੀ ਸੀ ਤੇ ਟੈਸੋ ਉਸ ਨੂੰ ਪਸੰਦ ਕਰਦਾ ਸੀ। ਇਹ ਸਭ ਦੇਖ ਕੇ ਉਸ ਨੂੰ ਸੀਕੂ ਦੀ ਯਾਦ ਆ ਜਾਂਦੀ ਹੈ। ਉਹ ਟੈਸੋ ਨੂੰ ਕਹਿੰਦਾ ਹੈ ਕਿ ਮੈਨੂੰ ਉਹ ਸਾਰੀਆਂ ਚੀਜ਼ਾਂ ਲਿਆ ਕੇ ਦੇ ਜਿਸ ਦੇ ਨਾਲ ਮੈਂ ਆਪਣੇ ਟਾਈਮ ਵਿੱਚ ਵਾਪਸ ਜਾ ਸਕਾਂ, ਪਰ ਟੈਸੋ ਉਸ ਨੂੰ ਕਹਿੰਦਾ ਹੈ ਕਿ ਇਹ ਇੰਪੋਸੀਬਲ ਹੈ ਤੇ ਉਹ ਕਹਿੰਦਾ ਹੈ ਕਿ ਕਾਲੀਆ ਨੇ ਸਾਰੇ ਸਮਾਨ ਨੂੰ ਇੱਕ ਗੁਫਾ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਤੇ ਕਿਸੇ ਨੂੰ ਵੀ ਉਹਨਾਂ ਦਾ ਯੂਜ਼ ਕਰਨਾ ਮਨਾ ਸੀ। ਪਰ ਆਰਿਫ ਜਦੋਂ ਉਸ ਨੂੰ ਪ੍ਰੋਮਿਸ ਕਰਦਾ ਹੈ ਕਿ ਇਹ ਸਭ ਦੇ ਬਦਲੇ ਉਹ ਉਸ ਨੂੰ ਮੀਮੀ ਦੇ ਨਾਲ ਸੈੱਟ ਕਰਵਾ ਦੇਗਾ, ਜਿਸ ਦੇ ਕਾਰਨ ਟੈਸੋ ਮੰਨ ਜਾਂਦਾ ਹੈ। ਇਸ ਤੋਂ ਬਾਅਦ ਉਹ ਰਾਤ ਨੂੰ ਉਸ ਗੁਫਾ ਵਿੱਚ ਜਾਂਦੇ ਨੇ, ਪਰ ਕਾਰਗਾ ਉਹਨਾਂ ਨੂੰ ਫੜ ਲੈਂਦਾ ਹੈ ਤੇ ਕਾਲੀਏ ਦੇ ਕੋਲ ਲੈ ਜਾਂਦਾ ਹੈ। ਇਹ ਸਭ ਦੇਖ ਕੇ ਕਾਲੀਏ ਨੂੰ ਬਹੁਤ ਦੁੱਖ ਹੋਇਆ, ਕਿਉਂਕਿ ਉਸ ਦਾ ਬੇਟਾ ਇੱਕ ਚੋਰ ਬਣ ਚੁੱਕਿਆ ਹੈ, ਜਿਸ ਦੇ ਕਾਰਨ ਉਹ ਉਹਨਾਂ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੰਦਾ ਹੈ। ਤੇ ਇਸ ਤੋਂ ਬਾਅਦ ਆਰਿਫ ਤੇ ਟੈਸੋ ਇਹ ਪਿੰਡ ਨੂੰ ਛੱਡ ਕੇ ਚਲੇ ਜਾਂਦੇ ਨੇ ਤੇ ਕੁਝ ਦੇਰ ਜੰਗਲ ਵਿੱਚ ਭਟਕਣ ਤੋਂ ਬਾਅਦ ਉਹਨਾਂ ਨੂੰ ਮੀਮੀ ਤੇ ਉਸ ਦੀਆਂ ਦੋਸਤ ਦਿਖਦੀਆਂ ਨੇ, ਜੋ ਕਿ ਇੱਕ ਨਦੀ ਵਿੱਚ ਨਹਾ ਰਹੀਆਂ ਸੀ। ਤੇ ਪਹਿਲੇ ਤੇ ਮੀਮੀ ਟੈਸੋ ਨਾਲ ਰੂਡ ਬਿਹੇਵ ਕਰਦੀ ਹੈ, ਕਿਉਂਕਿ ਉਹ ਰੋਗੀਅਨਸ ਨਾਲ ਨਫ਼ਰਤ ਕਰਦੀ ਸੀ। ਪਰ ਜਦੋਂ ਆਰਿਫ ਮੀਮੀ ਨੂੰ ਟੈਸੋ ਦੀ ਬੈਕ ਉੱਤੇ ਬਣਿਆ ਹੋਇਆ ਮੀਮੀ ਦਾ ਟੈਟੂ ਦਿਖਾਉਂਦਾ ਹੈ ਤੇ ਉਸ ਦਾ ਬਿਹੇਵੀਅਰ ਫਿਰ ਠੀਕ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਸਭ ਲੋਕ ਮੀਮੀ ਦੇ ਵਿਲੇਜ ਜਾਂਦੇ ਨੇ। ਆਰਿਫ ਉਹਨਾਂ ਨਾਲ ਇੱਕ ਨਵੀਂ ਸਿਵਲਾਈਜੇਸ਼ਨ ਬਣਾਉਣ ਦੀ ਗੱਲ ਕਰਦਾ ਹੈ। ਉਹ ਮੀਮੀ ਨੂੰ ਇਹ ਵੀ ਦੱਸਦਾ ਹੈ ਕਿ ਕਾਲੀਏ ਦੀ ਗੁਫਾ ਵਿੱਚ ਕਾਫੀ ਯੂਸਫੁਲ ਗੈਜਟਸ ਨੇ, ਜਿਨ੍ਹਾਂ ਨੂੰ ਲਿਆਉਣ ਵਿੱਚ ਆਰਿਫ ਨੂੰ ਮੀਮੀ ਦੀ ਹੈਲਪ ਚਾਹੀਦੀ ਸੀ। ਇਹ ਸੁਣ ਕੇ ਦੀਮੀ ਤੇ ਉਸ ਦੀ ਟੀਮ ਸਾਰੇ ਜਾਣੇ ਹੈਲਪ ਕਰਨ ਦੇ ਲਈ ਮੰਨ ਜਾਂਦੇ ਨੇ, ਕਿਉਂਕਿ ਆਧੁਨਿਕ ਚੀਜ਼ਾਂ ਨੂੰ ਹਾਸਿਲ ਕਰਨ ਦੇ ਲਈ ਉਹ ਲੋਕ ਬਹੁਤ ਹੀ ਐਕਸਾਈਟਿਡ ਸੀ। ਤੇ ਉਸੇ ਰਾਤ ਆਰਿਫ ਤੇ ਟੈਸੋ ਕਾਲੀਏ ਦੀ ਗੁਫਾ ਵਿੱਚ ਜਾ ਕੇ ਸਾਰਾ ਜ਼ਰੂਰੀ ਸਮਾਨ ਚੋਰੀ ਕਰ ਲਿਆਂਦੇ ਨੇ, ਜਿਸ ਸਮਾਨ ਨੂੰ ਉਹ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਲੈ ਜਾਂਦੇ ਨੇ। ਤੇ ਆਰਿਫ ਉਹਨਾਂ ਨੂੰ ਨਵੀਆਂ ਚੀਜ਼ਾਂ ਬਣਾ ਕੇ ਦਿਖਾਉਂਦਾ ਹੈ, ਜਿਸ ਕਾਰਨ ਮੈਨਕਾਈਂਡ ਨੂੰ ਅੱਗੇ ਵਧਣ ਵਿੱਚ ਬਹੁਤ ਮਦਦ ਮਿਲੀ ਸੀ। ਤੇ ਜਲਦ ਹੀ ਪਿੰਡ ਦੇ ਸਾਰੇ ਲੋਕ ਇਹ ਨਵੀਆਂ ਚੀਜ਼ਾਂ ਦੇ ਆਦੀ ਹੋ ਗਏ ਸੀ। ਉਹਨਾਂ ਦੀ ਜ਼ਿੰਦਗੀ ਬਹੁਤ ਆਸਾਨ ਹੁੰਦੀ ਜਾ ਰਹੀ ਸੀ, ਕਿਉਂਕਿ ਆਰਿਫ ਦੀ ਮਦਦ ਦੇ ਨਾਲ ਉਹਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਤਰੱਕੀ ਕਰ ਲਿੱਤੀ ਸੀ। ਜਨਾਨੀਆਂ ਖਾਣਾ ਬਣਾਉਂਦੀਆਂ ਸੀ ਤੇ ਬੱਚੇ ਸਕੂਲ ਜਾ ਸਕਦੇ ਸੀ। ਆਰਿਫ ਨੂੰ ਉਸ ਪਿੰਡ ਦਾ ਸਰਦਾਰ ਬਣਾ ਦਿੱਤਾ ਜਾਂਦਾ ਹੈ, ਪਰ ਇਹ ਸਭ ਤੋਂ ਉਹ ਖੁਸ਼ ਨਹੀਂ ਸੀ, ਕਿਉਂਕਿ ਲੋਕਾਂ ਦੀ ਬੁੱਧੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ। ਤੇ ਦੂਸਰੀ ਹੀ ਤਰਫ ਕਾਲੀਏ ਨੂੰ ਸਾਰਾ ਕੁਝ ਪਤਾ ਚੱਲ ਚੁੱਕਿਆ ਸੀ ਕਿ ਟੈਸੋ ਤੇ ਆਰਿਫ ਨੇ ਉਹਨਾਂ ਦੀ ਗੁਫਾ ਵਿੱਚ ਚੋਰੀ ਕੀਤੀ ਹੈ। ਉਹ ਗੁੱਸੇ ਵਿੱਚ ਕਾਰਗਾ ਨੂੰ ਉਹਨਾਂ ਨੂੰ ਮਾਰਨ ਦੇ ਲਈ ਭੇਜਦਾ ਹੈ ਤੇ ਕਾਰਗਾ ਉੱਥੇ ਪਹੁੰਚ ਕੇ ਨਵੀਆਂ ਚੀਜ਼ਾਂ ਨੂੰ ਦੇਖ ਕੇ ਬਹੁਤ ਹੈਰਾਨ ਰਹਿ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਸਭ ਚੀਜ਼ਾਂ ਉਹਨਾਂ ਨੂੰ ਦੇ ਦਿੱਤੀਆਂ ਜਾਣ, ਪਰ ਆਰਿਫ ਉਸ ਦਾ ਮਜ਼ਾਕ ਉਡਾ ਕੇ ਉਸ ਨੂੰ ਵਾਪਸ ਭੇਜ ਦਿੰਦਾ ਹੈ, ਜਿਸ ਉੱਤੇ ਗੁੱਸਾ ਹੋ ਕੇ ਕਾਰਗਾ ਇੱਥੋਂ ਚਲਾ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਹ ਆਪਣੀ ਫੌਜ ਦੇ ਨਾਲ ਵਾਪਸ ਆਏਗਾ ਬਦਲਾ ਲੈਣ ਦੇ ਲਈ। ਇਸ ਤੋਂ ਬਾਅਦ ਆਰਿਫ ਟੈਸੋ, ਮੀਮੀ ਤੇ ਕੁਝ ਬੱਚਿਆਂ ਦੇ ਨਾਲ ਜੰਗਲ ਵਿੱਚ ਪਿਕਨਿਕ ਦੇ ਲਈ ਜਾਂਦਾ ਹੈ ਤੇ ਜਦ ਉਹ ਲੋਕ ਪਿੰਡ ਵਾਪਸ ਆਉਂਦੇ ਨੇ ਤੇ ਸਾਰਾ ਕੁਝ ਤਬਾਹ ਹੋ ਚੁੱਕਿਆ ਸੀ ਤੇ ਰੋਗਿਨ ਸਾਰਾ ਕੁਝ ਲੈ ਗਏ ਸੀ। ਤੇ ਆਰਿਫ ਗੁੱਸਾ ਹੋ ਕੇ ਕਾਲੀਏ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਇੱਕ ਪ੍ਰਪੋਜ਼ਲ ਦਿੰਦਾ ਹੈ ਕਿ ਦੋਨਾਂ ਪਿੰਡਾਂ ਦੇ ਵਿੱਚ ਇੱਕ ਫੁੱਟਬਾਲ ਮੈਚ ਹੋਵੇਗਾ, ਜਿਸ ਵਿੱਚ 6 ਲੋਕ ਖੇਲਣਗੇ ਤੇ ਜੇ ਉਹਨਾਂ ਦੀ ਟੀਮ ਜਿੱਤ ਗਈ ਤੇ ਕਾਲੀਏ ਨੂੰ ਸਾਰੀਆਂ ਚੀਜ਼ਾਂ ਵਾਪਸ ਕਰਨੀਆਂ ਪੈਣਗੀਆਂ, ਤੇ ਜੇ ਕਾਲੀਆ ਜਿੱਤ ਗਿਆ ਤੇ ਆਰਿਫ ਉਸ ਨੂੰ ਪਹਿਲੇ ਤੋਂ ਵੀ ਵੱਡਾ ਟਾਵਰ ਬਣਾ ਕੇ ਦੇਵੇਗਾ, ਜਿਸ ਦੇ ਨਾਲ ਉਹ ਆਪਣੇ ਪਿਤਾ ਨੂੰ ਵਾਪਸ ਲਿਆ ਸਕੇ। ਤੇ ਸਰਪ੍ਰਾਈਜ਼ਿੰਗਲੀ ਕਾਲੀਆ ਵੀ ਇਸ ਚੀਜ਼ ਨੂੰ ਮੰਨ ਜਾਂਦਾ ਹੈ ਤੇ ਸਾਨੂੰ ਇੱਥੇ ਪਤਾ ਚੱਲਦਾ ਹੈ ਕਿ ਕੋਮੂ ਦੀ ਯਾਦ ਵਿੱਚ ਅਰੋਗੀਅਨਸ ਹਾਲੇ ਤੱਕ ਫੁੱਟਬਾਲ ਖੇਡਦੇ ਆ ਰਹੇ ਸੀ ਅਤੇ ਉਹਨਾਂ ਨੇ ਉਸ ਦੀ ਉਹ ਸਪੈਸ਼ਲ ਫੁੱਟਬਾਲ ਖਜ਼ਾਨੇ ਦੀ ਤਰ੍ਹਾਂ ਸੰਭਾਲ ਕੇ ਰੱਖੀ ਸੀ, ਜਿਸ ਦੇ ਕਾਰਨ ਉਹਨਾਂ ਨੂੰ ਟੀਮ ਬਣਾਉਣ ਵਿੱਚ ਕੋਈ ਵੀ ਤਕਲੀਫ ਨਹੀਂ ਆਉਂਦੀ। ਉਹ 6 ਤਾਕਤਵਰ ਬੰਦਿਆਂ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰ ਲੈਂਦਾ ਹੈ। ਦੂਸਰੀ ਤਰਫ ਆਰਿਫ ਵੀ ਬੰਦੇ ਲੱਭ ਰਿਹਾ ਸੀ, ਪਰ ਉੱਥੇ ਤੇ ਕਿਸੇ ਨੇ ਫੁੱਟਬਾਲ ਦਾ ਨਾਮ ਵੀ ਨਹੀਂ ਸੁਣਿਆ ਸੀ। ਪਰ ਇੱਥੇ ਮੀਮੀ ਦੱਸਦੀ ਹੈ ਕਿ ਇੱਕ ਆਦਮੀ ਦਾ ਨਾਮ ਕੋਹਾਰਾ ਹੈ, ਜੋ ਕਿ ਪਹਿਲੇ ਅਰੋਗੀਅਨਸ ਦੀ ਟੀਮ ਵਿੱਚ ਗੋਲਕੀਪਰ ਸੀ ਤੇ ਉਹ ਹੁਣ ਇੱਥੇ ਰਹਿੰਦਾ ਹੈ, ਕਿਉਂਕਿ ਉਸ ਨੂੰ ਮੈਚ ਵਿੱਚ 6 ਗੋਲ ਪਏ ਤੇ ਉਸਨੇ ਰਿਟਾਇਰਮੈਂਟ ਲੈ ਲਿੱਤੀ। ਆਰਿਫ ਉਸ ਨੂੰ ਖੇਲਣ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੋਹਾਰਾ ਉਹਨੂੰ ਮਨਾ ਕਰ ਦਿੰਦਾ ਹੈ। ਇਸੇ ਲਈ ਦੀਮੀ ਬੋਲਦਾ ਹੈ ਕਿ ਉਹ ਗੋਲਕੀਪਰ ਬਣੇਗਾ। ਆਰਿਫ ਤੇ ਟੈਸੋ ਟੀਮ ਦੇ ਸਟ੍ਰਾਈਕਰ ਬਣ ਜਾਂਦੇ ਨੇ ਤੇ ਕਿਸੇ ਤਰ੍ਹਾਂ ਇੱਧਰ ਉੱਧਰੋਂ 3 ਲੋਕ ਹੋਰ ਇਕੱਠੇ ਕਰ ਲੈਂਦਾ ਹੈ, ਜਿਸ ਤੋਂ ਬਾਅਦ ਇਹ 6 ਲੋਕ ਟ੍ਰੇਨਿੰਗ ਸਟਾਰਟ ਕਰ ਦਿੰਦੇ ਨੇ। ਮੀਮੀ ਆਪਣੀ ਸਹੇਲੀਆਂ ਨਾਲ ਮਿਲ ਕੇ ਉਹਨਾਂ ਲਈ ਜਰਸੀਆਂ ਵੀ ਬਣਾਉਂਦੀ ਹੈ ਤੇ ਕੁਝ ਦਿਨਾਂ ਦੀ ਹੀ ਟ੍ਰੇਨਿੰਗ ਦੇ ਨਾਲ ਆਰਿਫ ਦੀ ਟੀਮ ਵਧੀਆ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੰਦੀ ਹੈ ਤੇ ਜਲਦ ਹੀ ਮੈਚ ਵਾਲਾ ਦਿਨ ਵੀ ਆ ਜਾਂਦਾ ਹੈ ਤੇ ਸਾਰੇ ਲੋਕ ਬਹੁਤ ਖੁਸ਼ ਹੁੰਦੇ ਨੇ। ਪਰ ਮੈਚ ਦੀ ਸਟਾਰਟਿੰਗ ਵਿੱਚ ਹੀ ਅਰੋਗੀਅਨਸ ਦੀ ਟੀਮ ਉਹਨਾਂ ਉੱਤੇ ਭਾਰੀ ਪੈਣ ਲੱਗ ਪੈਂਦੀ ਹੈ। ਉਹ ਲੋਕ ਬੜੀ ਆਸਾਨੀ ਦੇ ਨਾਲ 4 ਗੋਲ ਕਰ ਲੈਂਦੇ ਨੇ, ਪਰ ਹਾਫ ਟਾਈਮ ਤੋਂ ਪਹਿਲੇ ਕਿਸੇ ਤਰ੍ਹਾਂ ਆਰਿਫ ਦੀ ਟੀਮ ਵਿੱਚੋਂ ਇੱਕ ਆਦਮੀ ਇੱਕ ਗੋਲ ਕਰ ਦਿੰਦਾ ਹੈ ਤੇ ਉਹ ਇੰਨਾ ਖੁਸ਼ ਹੋ ਜਾਂਦਾ ਹੈ ਕਿ ਲਾਗੇ ਜਲ ਰਹੀ ਅੱਗ ਦੇ ਵਿੱਚ ਜਾ ਕੇ ਡਿੱਗ ਪੈਂਦਾ ਹੈ। ਤੇ ਇੰਨੀ ਦੇਰ ਵਿੱਚ ਹੀ ਆਰਿਫ
ਦੱਸਦਾ ਹੈ ਕਿ ਉਹ ਇੱਕ ਦੂਸਰੇ ਪਲੈਨਟ ਦਾ ਏਲੀਅਨ ਹੈ। ਉਹਦੇ ਕੋਲ ਸੁਪਰ ਪਾਵਰਸ ਵੀ ਨੇ। ਉਹ ਧਰਤੀ ਤੇ ਸਿਰਫ ਚੰਗੇ ਖਾਣ ਪੀਣ ਦੇ ਕਾਰਨ ਹੀ ਰਹਿ ਰਿਹਾ ਸੀ ਤੇ ਉਹ ਕਹਿੰਦਾ ਹੈ ਕਿ ਮੈਂ ਇਹ ਗੇਮ ਨੂੰ ਬੜੀ ਆਸਾਨੀ ਨਾਲ ਜਿੱਤ ਸਕਦਾ ਹਾਂ ਆਪਣੀ ਪਾਵਰਸ ਦਾ ਇਸਤੇਮਾਲ ਕਰਕੇ। ਪਰ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਹਲੇ ਤੱਕ ਤਾਂ ਨਹੀਂ ਕੀਤਾ ਸੀ ਕਿਉਂਕਿ ਉਹ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਸੀ। ਪਰ ਹੁਣ ਉਹ ਕਹਿੰਦਾ ਹੈ ਕਿ ਮੈਨੂੰ ਆਪਣੀ ਟੀਮ ਨੂੰ ਜਿਤਾਉਣ ਦੇ ਲਈ ਏਲੀਅਨ ਬਣਨਾ ਹੀ ਪਵੇਗਾ ਤੇ ਇਹ ਸਭ ਸੁਣ ਕੇ ਉਹ ਲੋਕ ਬਹੁਤ ਖੁਸ਼ ਹੁੰਦੇ ਨੇ। ਉਹ ਆਰਿਫ ਨੂੰ ਜਿੱਤਣ ਲਈ ਹੌਸਲਾ ਵਧਾਈ ਕਰਨ ਲੱਗ ਪੈਂਦੇ ਨੇ ਤੇ ਹਾਫ ਟਾਈਮ ਤੋਂ ਬਾਅਦ ਆਰਿਫ ਆਪਣੀ ਪਾਵਰਸ ਦੇ ਨਾਲ ਆਸਾਨੀ ਨਾਲ ਗੇਮ ਨੂੰ ਜਿੱਤਣਾ ਸ਼ੁਰੂ ਕਰ ਦਿੰਦਾ ਹੈ ਤੇ ਬੜੀ ਆਰਾਮ ਨਾਲ ਉਸਨੇ 3 ਗੋਲ ਕਰ ਦਿੱਤੇ ਸੀ, ਜਿਸ ਨਾਲ ਹੁਣ ਮੈਚ ਟਾਈ ਹੋ ਜਾਂਦਾ ਹੈ। ਇੰਨੇ ਵਿੱਚ ਹੀ ਟੈਸੋ ਦੀ ਇੱਕ ਅਰੋਗਨ ਪਲੇਅਰ ਦੇ ਨਾਲ ਫਾਈਟ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹ ਪਲੇਅਰ ਗੁੱਸਾ ਹੋ ਕੇ ਗੋਲ ਦੇ ਵੱਲ ਬੋਲ ਨੂੰ ਬਹੁਤ ਜ਼ੋਰ ਦੀ ਲੱਤ ਮਾਰਦਾ ਹੈ। ਡਿਮੀ ਗੋਲ ਨੂੰ ਰੋਕ ਤੇ ਲੈਂਦਾ ਹੈ ਪਰ ਉਸਦੇ ਹੱਥ ਬਹੁਤ ਜ਼ਖਮੀ ਹੋ ਜਾਂਦੇ ਨੇ। ਇਸੇ ਲਈ ਕੋਹਾਰਾ ਉਸਦੀ ਜਗ੍ਹਾ ਉੱਤੇ ਖੇਡਣ ਲਈ ਆਂਦਾ ਹੈ, ਜੋ ਕਿ ਇੱਟ ਦੀ ਦੀਵਾਰ ਸਾਬਤ ਹੁੰਦਾ ਹੈ ਤੇ ਆਪਣੇ ਵੱਲ ਆਉਣ ਵਾਲਾ ਹਰ ਕੋਈ ਗੋਲ ਉਹ ਰੋਕ ਲੈਂਦਾ ਹੈ ਤੇ ਇਸ ਤੋਂ ਬਾਅਦ ਹਵਾ ਵਿੱਚ ਉੱਡ ਕੇ ਆਰਿਫ ਬੋਲ ਨੂੰ ਲੱਤ ਮਾਰਦਾ ਹੈ, ਜਿਸ ਦੇ ਕਾਰਨ ਇੱਕ ਗੋਲ ਹੋ ਜਾਂਦਾ ਹੈ ਤੇ ਉਹਨਾਂ ਦੀ ਟੀਮ ਜਿੱਤ ਜਾਂਦੀ ਹੈ, ਜਿਸ ਦੇ ਨਾਲ ਉਹਨਾਂ ਦੀ ਟੀਮ ਦੇ ਲੋਕ ਖੁਸ਼ੀ ਨਾਲ ਪਾਗਲ ਹੋ ਜਾਂਦੇ ਨੇ ਤੇ ਕਾਲੀਆ ਵੀ ਤਾੜੀਆਂ ਮਾਰਦਾ ਹੈ ਤੇ ਆਰਿਫ ਨੂੰ ਕਹਿੰਦਾ ਹੈ ਕਿ ਡੀਲ ਦੇ ਅਕੋਰਡਿੰਗ ਹੁਣ ਉਹ ਪਿੰਡ ਵਾਲਿਆਂ ਤੋਂ ਦੂਰ ਰਹੇਗਾ। ਪਰ ਹੁਣ ਤੱਕ ਵੀ ਆਰਿਫ ਬਹੁਤ ਦੁਖੀ ਸੀ ਕਿਉਂਕਿ ਉਹਦੇ ਖਿਆਲਾਂ ਵਿੱਚ ਉਹਨੂੰ ਲੱਗਦਾ ਹੈ ਕਿ ਉਸਦੀ ਵਾਈਫ ਨੂੰ ਲੋਗਰ ਨੇ ਆਪਣੇ ਕਾਬੂ ਵਿੱਚ ਕਰ ਲਿੱਤਾ ਹੋਵੇਗਾ, ਜਿਸ ਦੇ ਕਾਰਨ ਉਹ ਇਹ ਪਿੰਡ ਛੱਡ ਕੇ ਇਦਾਂ ਹੀ ਆਵਾਰਾ ਘੁੰਮਣ ਫਿਰਨ ਦਾ ਪਲਾਨ ਬਣਾਉਂਦਾ ਹੈ। ਜਾਣ ਤੋਂ ਪਹਿਲੇ ਉਹ ਆਪਣੀ ਇੰਗੇਜਮੈਂਟ ਰਿੰਗ ਤੇ ਵਾਚ ਟੈਸੋ ਤੇ ਮਿਮੀ ਨੂੰ ਗਿਫਟ ਕਰ ਦਿੰਦਾ ਹੈ। ਇਸ ਤੋਂ ਬਾਅਦ ਇੱਕ ਬਹੁਤ ਵੱਡੀ ਲਾਈਟ ਆਉਂਦੀ ਹੈ, ਜਿਸ ਦੇ ਵਿੱਚੋਂ ਸੀਕੂ ਨਿਕਲਦੀ ਹੈ, ਜੋ ਕਿ ਆਰਿਫ ਦੀ ਵਾਈਫ ਸੀ। ਉਹ ਆਪਣੀ ਵਾਈਫ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਸਾਨੂੰ ਇੱਥੇ ਪਤਾ ਲੱਗਦਾ ਹੈ ਜਦੋਂ ਮੂਵੀ ਦੀ ਸਟਾਰਟਿੰਗ ਵਿੱਚ ਆਰਿਫ ਲੋਗਰ ਦੇ ਨਾਲ ਚਲਾ ਗਿਆ ਸੀ, ਉਸ ਤੋਂ ਬਾਅਦ ਉਸਦੀ ਵਾਈਫ ਨੇ ਇੱਕ ਨਿਊਜ਼ ਵਿੱਚ 1 ਮਿਲੀਅਨ ਸਾਲ ਪੁਰਾਣੀ ਰਿੰਗ ਤੇ ਘੜੀ ਬਾਰੇ ਦੇਖਿਆ, ਜੋ ਕਿ ਕੁਝ ਲੋਕਾਂ ਨੂੰ ਇੱਕ ਗੁਫਾ ਵਿੱਚੋਂ ਮਿਲੀ ਸੀ। ਇਹ ਸਭ ਉੱਤੇ ਚੰਗੀ ਤਰ੍ਹਾਂ ਰਿਸਰਚ ਕਰਨ ਤੋਂ ਬਾਅਦ ਉਸ ਨੂੰ ਪਤਾ ਚੱਲਦਾ ਹੈ ਕਿ ਇਹ ਸਭ ਤੇ ਆਰਿਫ ਦੀਆਂ ਸੀ ਤੇ ਇਹ ਸਭ ਚੀਜ਼ਾਂ ਤੇ ਸਾਰੀਆਂ ਕੜੀਆਂ ਨੂੰ ਮਿਲਾਉਣ ਤੋਂ ਬਾਅਦ ਸੀਕੂ ਸਮਝ ਜਾਂਦੀ ਹੈ ਕਿ ਜਿਹੜਾ ਆਰਿਫ ਉਸ ਦੇ ਨਾਲ ਰਹਿ ਰਿਹਾ ਹੈ ਅਸਲ ਵਿੱਚ ਉਹ ਲੋਗਰ ਹੈ। ਇਸ ਤੋਂ ਬਾਅਦ ਸੀਕੂ ਨੇ ਲੋਗਰ ਨੂੰ ਗਨ ਪੁਆਇੰਟ ਉੱਤੇ ਲੈ ਕੇ ਆਰਿਫ ਦੀ ਲੋਕੇਸ਼ਨ ਬਾਰੇ ਪੁੱਛ ਲਿਆ ਸੀ ਤੇ ਫਿਰ ਉਸ ਦੀ ਟਾਈਮ ਮਸ਼ੀਨ ਦੇ ਥਰੂ ਉਹ ਇੱਥੇ ਆ ਗਈ। ਇਸ ਤੋਂ ਬਾਅਦ ਉਹ ਪਿੰਡ ਵਾਲਿਆਂ ਨੂੰ ਗੁੱਡ ਬਾਏ ਬੋਲ ਕੇ ਉੱਥੋਂ ਆਪਣੇ ਟਾਈਮ ਵਿੱਚ ਵਾਪਸ ਚਲੇ ਜਾਂਦੇ ਨੇ ਤੇ ਆਪਣੇ ਸਮੇਂ ਵਿੱਚ ਵਾਪਸ ਆ ਕੇ ਉਹ ਲੋਗਰ ਨੂੰ ਉਲਟਾ ਇੱਥੇ ਵਾਪਸ ਭੇਜ ਦਿੰਦੇ ਨੇ। ਪਹਿਲੇ ਤੇ ਪਿੰਡ ਵਾਲੇ ਉਸ ਨੂੰ ਆਰਿਫ ਸਮਝ ਕੇ ਬਹੁਤ ਚੰਗੀ ਤਰ੍ਹਾਂ ਵਧੀਆ ਗੱਲ ਕਰਦੇ ਨੇ, ਪਰ ਜਦੋਂ ਲੋਗਰ ਫਜ਼ੂਲ ਗੱਲਾਂ ਕਰਨ ਲੱਗਦਾ ਹੈ ਤੇ ਉਹ ਲੋਕ ਸਮਝ ਜਾਂਦੇ ਨੇ ਕਿ ਇਹ ਆਰਿਫ ਨਹੀਂ ਹੈ। ਇਸ ਤੋਂ ਬਾਅਦ ਇਹ ਲੋਕ ਇਹ ਵੀ ਸਮਝ ਲੈਂਦੇ ਨੇ ਜਿਸ ਦੇ ਕਾਰਨ ਕੋਮੋ ਦੀ ਮੌਤ ਹੋਈ ਸੀ ਉਹ ਇਸ ਦਾ ਬਣਾਇਆ ਹੋਇਆ ਸਪੇਸਸ਼ਿਪ ਸੀ ਤੇ ਉਸ ਦੀ ਤਰਫ ਗੁੱਸੇ ਵਿੱਚ ਅੱਗੇ ਵਧਣ ਲੱਗ ਪੈਂਦੇ ਨੇ ਤੇ ਲੋਗਰ ਇਹ ਦੇਖ ਕੇ ਬਹੁਤ ਡਰ ਜਾਂਦਾ ਹੈ। ਉਹ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਰਹਿਣ ਲਈ ਕਹਿੰਦਾ ਹੈ, ਪਰ ਉਹ ਲੋਕ ਨਹੀਂ ਮੰਨਦੇ ਤੇ ਇੱਥੇ ਹੀ ਇਹ ਫਿਲਮ ਖਤਮ ਹੋ ਜਾਂਦੀ ਹੈ। ਜੇ ਤੁਹਾਨੂੰ ਇਹ ਫਿਲਮ ਵਧੀਆ ਲੱਗੀ ਤਾਂ ਮੂਵੀ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ।